हेलो स्टूडेंट्स, वेलकम टू केमिस्ट्री रियल। ਅੱਜ ਦਾ ਬੇਟੇ ਆਪਣਾ ਟੌਪਿਕ ਹੈ ਚੈਪਟਰ ਸਟੇਟਸ ਆਫ ਮੈਟਰ ਦੇ ਵਿੱਚੋਂ ਆਈਡੀਅਲ ਗੈਸ ਇਕੁਏਸ਼ਨ। ਬੇਟਾ ਲਾਸਟ ਲੈਕਚਰ ਦੇ ਵਿੱਚ ਆਪਾਂ ਬੋਇਲਸ ਲਾਅ, ਚਾਰਲਸ ਲਾਅ, ਐਵੋਗੈਡਰੋਸ ਲਾਅ, ਗੇ-ਲੁਸੈਕਸ ਲਾਅ ਔਰ ਡਾਲਟਨਸ ਲਾਅ ਆਫ ਪਾਰਸ਼ੀਅਲ ਪ੍ਰੈਸ਼ਰਸ ਕੀਤੇ ਸੀ। ਜਦੋਂ ਆਪਾਂ ਇਹਨਾਂ ਲਾਜ਼ ਨੂੰ ਕੰਬਾਈਨ ਕਰਦੇ ਹਾਂ ਤਾਂ ਆਪਣੇ ਕੋਲੇ ਆਈਡੀਅਲ ਗੈਸ ਇਕੁਏਸ਼ਨ ਆ ਜਾਂਦੀ। ਇਹਨਾਂ ਗੈਸ ਲਾਜ਼ ਦੀ ਕੰਬਾਈਨਡ ਟੁਗੇਦਰ ਫਾਰਮ ਨੂੰ ਆਪਾਂ ਕਹਿੰਦੇ ਆ ਆਈਡੀਅਲ ਗੈਸ ਇਕੁਏਸ਼ਨ। ਬੋਇਲਸ ਲਾਅ ਦੇ ਅਕੋਰਡਿੰਗਲੀ ਵੋਲਿਊਮ ਜਿਹੜਾ ਹੈ ਉਹ ਪ੍ਰੈਸ਼ਰ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ ਐਟ ਕਾਂਸਟੈਂਟ ਟੈਂਪਰੇਚਰ। ਚਾਰਲਸ ਲਾਅ ਦੇ ਅਕੋਰਡਿੰਗਲੀ ਵੋਲਿਊਮ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਬਸ਼ਰਤੇ ਪ੍ਰੈਸ਼ਰ ਕਾਂਸਟੈਂਟ ਹੋ। ਐਵੋਗੈਡਰੋ ਲਾਅ ਕੀ ਕਹਿੰਦਾ ਹੈ ਕਿ ਵੋਲਿਊਮ ਜਿਹੜਾ ਹੈ ਉਹ ਨੰਬਰ ਆਫ ਮੋਲਸ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਅੰਡਰ ਸਿਮਿਲਰ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਸੋ ਜੇ ਆਪਾਂ 1 2 3 ਇਹਨਾਂ ਤਿੰਨੋਂ ਇਕੁਏਸ਼ਨਸ ਨੂੰ ਕੰਬਾਈਨ ਕਰ ਦਿੰਦੇ ਆ ਤਾਂ ਆਪਣੇ ਕੋਲੇ ਵੋਲਿਊਮ ਦਾ ਜਿਹੜਾ ਰਿਲੇਸ਼ਨ ਆਉਂਦਾ ਹੈ ਨਾ ਉਹ ਟੈਂਪਰੇਚਰ ਔਰ ਨੰਬਰ ਆਫ ਮੋਲਸ ਦੇ ਨਾਲ ਡਾਇਰੈਕਟਲੀ ਪ੍ਰੋਪੋਰਸ਼ਨਲ ਔਰ ਪ੍ਰੈਸ਼ਰ ਦੇ ਨਾਲ ਇਨਵਰਸਲੀ ਪ੍ਰੋਪੋਰਸ਼ਨਲ ਆ ਜਾਂਦਾ। ਜਦੋਂ ਇਸ ਪ੍ਰੋਪੋਰਸ਼ਨੈਲਿਟੀ ਨੂੰ ਇਕੁਐਲਿਟੀ ਚ ਚੇਂਜ ਕੀਤਾ ਜਾਂਦਾ ਹੈ ਤਾਂ ਇੱਥੇ ਇੱਕ ਕਾਂਸਟੈਂਟ r ਨਾਲ ਮਲਟੀਪਲਾਈ ਕੀਤਾ ਜਾਂਦਾ ਹੈ। r ਜਿਹੜਾ ਹੈ ਯੂਨੀਵਰਸਲ ਗੈਸ ਕਾਂਸਟੈਂਟ ਕਹਾਉਂਦਾ ਹੈ। ਯੂਨੀਵਰਸਲ ਗੈਸ ਕਾਂਸਟੈਂਟ ਜਦੋਂ ਆਪਾਂ ਇਸ ਇਕੁਏਸ਼ਨ ਦੇ ਵਿੱਚ ਸੈਟਲ ਕਰਦੇ ਹਾਂ ਪ੍ਰੈਸ਼ਰ ਨੂੰ ਇੱਧਰ ਲੈ ਕੇ PV = nRT, ਇਸ ਇਕੁਏਸ਼ਨ ਨੂੰ ਕਿਹਾ ਜਾਂਦਾ ਹੈ ਆਈਡੀਅਲ ਗੈਸ ਇਕੁਏਸ਼ਨ। ਸੋ ਆਈਡੀਅਲ ਗੈਸ ਇਕੁਏਸ਼ਨ ਦੇ ਵਿੱਚ r ਇੱਕ ਕਾਂਸਟੈਂਟ ਹੈ, ਸੋ ਕਾਂਸਟੈਂਟ ਦੀਆਂ ਡਿਫਰੈਂਟ ਵੈਲਿਊਜ਼ ਹੋਣਗੀਆਂ। ਸੋ ਤੁਹਾਡੇ ਸਾਹਮਣੇ ਕਾਂਸਟੈਂਟ ਦੀਆਂ ਗੈਸ ਕਾਂਸਟੈਂਟ ਦੀਆਂ ਇਹ ਡਿਫਰੈਂਟ ਵੈਲਿਊਜ਼ ਹੈ। ਇੱਕ ਨਜ਼ਰ ਮਾਰੀਏ ਕਿ ਇਹ ਵੈਲਿਊਜ਼ ਆਈਆਂ ਕਿਵੇਂ। P into V divided by NT। ਸੋ ਜੇ ਆਪਾਂ ਇੱਥੇ ਪ੍ਰੈਸ਼ਰ, ਵੋਲਿਊਮ ਔਰ ਨੰਬਰ ਆਫ ਮੋਲਸ, ਟੈਂਪਰੇਚਰ ਇਹਨਾਂ ਦੇ ਯੂਨਿਟਸ ਪੁੱਟ ਕਰਦੇ ਆ ਨਾ ਤਾਂ ਆਪਣੇ ਕੋਲੇ r ਦੀਆਂ ਡਿਫਰੈਂਟ ਵੈਲਿਊਜ਼ ਆ ਜਾਂਦੀਆਂ। ਜਿਵੇਂ ਜਦੋਂ ਪ੍ਰੈਸ਼ਰ 1 ਐਟਮੋਸਫੀਅਰ ਹੈ ਤੇ 1 ਮੋਲ ਲਿੱਤਾ ਹੈ, ਟੈਂਪਰੇਚਰ 273 ਕੈਲਵਿਨ ਹੈ ਤਾਂ ਮੋਲਰ ਵੋਲਿਊਮ 22.4 ਲੀਟਰ ਹੋਏਗਾ। ਸੋ ਜਦੋਂ ਆਪਾਂ ਇਹ ਵੈਲਿਊਜ਼ ਪੁੱਟ ਕੀਤੀਆਂ 22.4 ਡਿਵਾਈਡਡ ਬਾਈ 273 ਤਾਂ r ਦੀ ਵੈਲਿਊ ਆ ਗਈ 0.0821 ਲੀਟਰ ਐਟਮੋਸਫੀਅਰ ਪਰ ਮੋਲ ਪਰ ਕੈਲਵਿਨ। ਸੋ ਇਹ ਇੱਕ ਫੇਮਸ ਵੈਲਿਊ ਹੈ ਜੋ ਆਪਾਂ ਮੈਕਸਿਮਮ ਥਾਵਾਂ ਤੇ ਨੂਮੈਰੀਕਲਸ ਚ ਸਪੈਸ਼ਲੀ ਇਹਨੂੰ ਇਸਤੇਮਾਲ ਕਰਦੇ ਹਾਂ। ਠੀਕ ਹੈ, ਯੂਨਿਟਸ ਬਦਲਣ ਦੇ ਨਾਲ ਇਹਦੇ ਵੱਖ-ਵੱਖ ਵੈਲਿਊਜ਼ ਸਾਡੇ ਸਾਹਮਣੇ ਆਉਣਗੀਆਂ। ਜੇ ਲੀਟਰ ਦੀ ਬਜਾਏ ਅਸੀਂ ਮਿਲੀਲੀਟਰ ਲੈ ਰਹੇ ਹਾਂ ਤਾਂ ਵੈਲਿਊਜ਼ ਚੇਂਜ ਹੋ ਜਾਣਗੀਆਂ। ਜੇ ਪ੍ਰੈਸ਼ਰ ਦੇ ਵਿੱਚ ਐਟਮੋਸਫੀਅਰ ਦੀ ਬਜਾਏ ਆਪਾਂ ਮਿਲੀਮੀਟਰ ਆਫ ਮਰਕਰੀ ਲੈ ਰਹੇ ਹਾਂ ਜਾਂ ਬਾਰ ਲੈ ਰਹੇ ਹਾਂ, ਟੌਰ ਲੈ ਰਹੇ ਹਾਂ ਤਾਂ ਆਪਣੇ ਕੋਲੇ ਅਲੱਗ-ਅਲੱਗ ਵੈਲਿਊਜ਼ r ਦੀਆਂ ਆ ਜਾਣਗੀਆਂ ਜਿਹੜੀਆਂ ਆਪਾਂ ਯਾਦ ਕਰਨੀਆਂ। ਹੁਣ ਇੱਥੇ ਇੱਕ ਵੈਲਿਊ ਜਿਹੜੀ ਜਿੱਥੇ ਯੂਨਿਟਸ ਅਸੀਂ ਦੇਖ ਰਹੇ ਹਾਂ ਕਿ ਜਾਊਲਸ ਦੇ ਵਿੱਚ ਹੈ, ਉਹ ਕਿਵੇਂ ਆਏ ਜਾਊਲਸ ਦੇ ਵਿੱਚ ਯੂਨਿਟ, ਉਹ ਸਮਝਦੇ ਹਾਂ ਆਪਾਂ। r ਦੀ ਡੈਫੀਨੇਸ਼ਨ ਆਪਾਂ ਜਿਵੇਂ ਕਿਹਾ ਹੈ ਕਿ ਪ੍ਰੈਸ਼ਰ ਇਨਟੂ ਵੋਲਿਊਮ ਡਿਵਾਈਡਡ ਬਾਈ ਨੰਬਰ ਆਫ ਮੋਲਸ ਇਨਟੂ ਟੈਂਪਰੇਚਰ। ਪ੍ਰੈਸ਼ਰ ਕੀ ਹੁੰਦਾ ਬੇਟਾ? ਫੋਰਸ ਪਰ ਯੂਨਿਟ ਏਰੀਆ। ਵੋਲਿਊਮ L³ ਹੁੰਦਾ। ਏਰੀਆ ਨੂੰ ਅਸੀਂ L² ਲਿਖ ਸਕਦੇ ਹਾਂ। ਸੋ ਜਦੋਂ L² ਔਰ L³ ਦੀ ਕਟਿੰਗ ਕਰਾਂਗੇ ਤਾਂ ਫੋਰਸ ਮਲਟੀਪਲਾਈਡ ਬਾਈ ਲੈਂਥ ਆ ਜਾਏਗੀ ਔਰ ਨੀਚੇ ਜਿਹੜਾ ਡਿਨੋਮੀਨੇਟਰ ਦੇ ਵਿੱਚ ਮੋਲਸ ਔਰ ਕੈਲਵਿਨ ਆਪਾਂ ਯੂਨਿਟਸ ਲੈ ਸਕਦੇ ਹਾਂ। ਸੋ ਫੋਰਸ ਇਨਟੂ ਡਿਸਟੈਂਸ, ਦਿਸ ਇਜ਼ ਐਕਚੁਅਲੀ ਵਰਕ। ਸੋ ਵਰਕ ਨੂੰ ਆਪਾਂ ਜਾਊਲਸ ਚ ਲੈਣੇ ਆ। ਸੋ ਯੂਨਿਟ ਕੀ ਬਣ ਜਾਣਗੇ ਔਰ ਵੈਲਿਊ ਕੀ ਆ ਜਾਏਗੀ ਆਪਣੇ ਕੋਲੇ 8.314 ਜਾਊਲਸ ਪਰ ਮੋਲ ਪਰ ਕੈਲਵਿਨ। ਹੁਣ ਜੇ ਆਪਾਂ ਚਾਹੀਏ ਜਾਊਲਸ ਨੂੰ ਅੱਗੇ ਅਰਗਸ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਜਾਂ ਆਪਾਂ ਜਾਊਲਸ ਤੋਂ ਕੈਲੋਰੀਜ਼ ਦੇ ਵਿੱਚ ਵੀ r ਦੀਆਂ ਵੈਲਿਊਜ਼ ਕੈਲਕੂਲੇਟ ਕਰ ਸਕਦੇ ਹਾਂ। ਆਈਡੀਅਲ ਗੈਸ ਇਕੁਏਸ਼ਨ ਤੋਂ ਆਪਾਂ ਨੂੰ ਜਿਹੜੇ ਨੂਮੈਰੀਕਲਸ ਪੁੱਛੇ ਜਾਂਦੇ ਆ ਨਾ ਉਹ ਕੰਬਾਈਨਡ ਗੈਸ ਲਾਅ ਦੇ ਆਧਾਰ ਤੇ ਪੁੱਛੇ ਜਾਂਦੇ ਆ। ਕੰਬਾਈਨਡ ਗੈਸ ਲਾਅ ਕੀ ਹੈ? ਬੋਇਲਸ ਲਾਅ, ਚਾਰਲਸ ਲਾਅ, ਗੇ-ਲੁਸੈਕਸ ਲਾਅ ਨੂੰ ਜਿਸ ਤਰ੍ਹਾਂ ਆਪਾਂ ਆਈਡੀਅਲ ਗੈਸ ਇਕੁਏਸ਼ਨ ਡਿਰਾਈਵ ਕੀਤੀ ਸੀ ਉਸ ਤਰ੍ਹਾਂ ਆਪਾਂ ਇਹਨਾਂ ਤਿੰਨਾਂ ਨੂੰ ਕੰਬਾਈਨ ਕਰਕੇ PV/T ਇਹਨੂੰ ਕਾਂਸਟੈਂਟ ਲਿਖ ਸਕਦੇ ਹਾਂ।
सो जे ਆਪਾਂ ਇਨੀਸ਼ੀਅਲ ਤੇ ਫਾਈਨਲ ਵੈਲਿਊਜ਼ ਇਹਨਾਂ ਦੀਆਂ ਲੈ ਲੈਣੇ ਆ ਤਾਂ ਆਪਣੇ ਕੋਲੇ P1 V1 by T1 is equal to constant. Similarly P2 V2 by T2 is constant. कहने का मतलब है कि प्रेशर और वॉल्यूम का प्रोडक्ट डिवाइडेड बाय टेम्परेचर आ ओवरऑल क्वोशिएंट जिहड़ा है ये कांस्टेंट होएगा. सो P1 V1 by T1 is equal to P2 V2 by T2. ਹੁਣ ਆਪਾਂ ਇਹਦੇ ਤੇ ਬੇਸਡ ਡਿਫਰੈਂਟ न्यूमेरिकल स्टडी करने. फर्स्ट एग्जांपल है 35 ml of oxygen were collected at 6 degree centigrade and 758 millimeter pressure. Calculate its volume at NTP. देखो ਇੱਥੇ ਆਪਾਂ ਨੂੰ ਵੋਲਿਊਮ ਦਿੱਤਾ ਹੋਇਆ ਹੈ, ਟੈਂਪਰੇਚਰ ਦਿੱਤਾ ਹੋਇਆ ਹੈ ਤੇ ਪ੍ਰੈਸ਼ਰ ਦਿੱਤਾ ਹੋਇਆ और पूछा की गया है वॉल्यूम कटना है. ठीक. सो केड़ी कंडीशन ते कटना है? नॉर्मल टेम्परेचर प्रेशर कंडीशन यानी कि STP. सो गिवन कंडीशंस नु आपां V1 P1 T1 ले लेने. सो T1 दे विच 6 डिग्री सेंटीग्रेड है, इनू आपां केल्विन च कन्वर्ट करते हैं. सो केल्विन च जदों कन्वर्ट करांगे 279 केल्विन बन जाएगा. फाइनल कंडीशंस आपां वॉल्यूम तक कैलकुलेट करना है. प्रेशर कितना है 760 मिलीमीटर और टेम्परेचर 0 डिग्री होंगे ना STP ते. सो 0 डिग्री सेंटीग्रेड नु आपां केल्विन च कन्वर्ट करते हैं तो बन जाता है अपने कोले 273 केल्विन. जदों इन्हां वैल्यूज नु आपां P1 V1 by T1 is equal to P2 V2 by T2 जदों इहदे च पुट करांगे ਤਾਂ ਆਪਣੇ ਕੋਲੇ V2 ਦੀ ਜਿਹੜੀ ਵੈਲਿਊ ਹੈ ਉਹ ਆ ਜਾਂਦੀ ਹੈ 34.16 ਮਿਲੀਲੀਟਰ. ਸੋ ਇੱਥੇ ਵੋਲਿਊਮ ਆਫ ਆਕਸੀਜਨ ਗੈਸ ਆ ਜਾਏਗਾ ਆਪਣੇ ਕੋਲੇ 34.16 ਮਿਲੀਲੀਟਰ. ਇੱਥੇ ਬੇਟਾ ਸਵਾਲ ਦੇ ਵਿੱਚ ਆਕਸੀਜਨ ਗੈਸ ਪੁੱਛਿਆ ਗਿਆ ਹੈ. ਸੋ ਵੋਲਿਊਮ ਆਫ ਆਕਸੀਜਨ ਗੈਸ ਇਜ਼ 34.16 ਮਿਲੀਲੀਟਰਸ. 27 degrees C and 1 atmospheric pressure. A gas has volume V. What will be its volume at 177 degrees C and pressure of 1.5 atmosphere? So 27 degrees C और 1 atmosphere pressure. ते इनदे ते volume है V. ਆਪਾਂ ਨੂੰ ਪੁੱਛਿਆ ਗਿਆ ਹੈ ਕਿ 1.5 ਐਟਮੋਸਫੇਅਰ ਪ੍ਰੈਸ਼ਰ और टेम्परेचर 177 डिग्री सेंटीग्रेड के उत्ते कितना वॉल्यूम होएगा. सो जो आप V1 P1 T1 और V2 P2 T2 दियां वैल्यूज अपने कोले हैं तो आप कंबाइंड गैस लॉ या आइडियल गैस इक्वेशन जिन्होंने आप कहते हैं वो इत्थे अप्लाई कर देने. सो एज अ रिजल्ट अपने कोले वैल्यू पुट करन ते V2 दी वैल्यू जिहड़ी है वो V दे बराबर आ जाएगी. कहने का मतलब ये है कि वॉल्यूम विल नॉट चेंज, जिन्ना वॉल्यूम पहला सी उन्ना ही हुण रहेगा. सो इस तरीके नाल बेटा काफ़ी न्यूमेरिकल्स होर भी आप सॉल्व कर सकते हैं. नोट्स दे विच बेटा होर एक्स्ट्रा न्यूमेरिकल दे दिते जाणगे, उत्थों दी तुसीं प्रैक्टिस कर सकते हो. नेक्स्ट टॉपिक है अपना पोस्टुलेट्स ऑफ काइनेटिक मॉलिक्यूलर थ्योरी ऑफ गैसेस. बेटा काइनेटिक मॉलिक्यूलर थ्योरी ऑफ गैसेस एक गैसेस का फेमस मॉडल है जो गैसेस के स्वरूप नूं दसदा है भी गैसां किहो जिहियां होंदियां. पहला पोस्टुलेट है इहदा कि गैसेस बहुत ज़्यादा लार्ज नंबर ऑफ स्मॉल पार्टिकल्स दियां बनियां होंदियां. इन्हां पार्टिकल्स नूं आपां मॉलिक्यूल्स या एटम्स कहते हैं. जिहड़े मॉलिक्यूल्स ऑफ गैस है दे आर सेपरेटेड फ्रॉम ईच अदर बाय लार्ज डिस्टेंस. एक मॉलिक्यूल और दूजे मॉलिक्यूल के विचकार बहुत ज़्यादा दूरी होंदी है. ਤੇ ਜਿਸ ਕਰਕੇ ਜਿਹੜੇ ਮੋਲੀਕਿਊਲਸ ਆਫ ਗੈਸ ਹੈ ਉਹਨਾਂ ਦਾ ਅਸਲ ਵੋਲਿਊਮ ਬਿਲਕੁਲ ਨਾ ਦੇ ਬਰਾਬਰ ਹੋਏਗਾ ਐਜ਼ ਕੰਪੇਅਰ ਟੂ ਟੋਟਲ ਵੋਲਿਊਮ ਆਫ ਗੈਸ. ਪਰ ਗੈਸ ਨੂੰ ਤਾਂ ਜਿੰਨੀ ਜਗ੍ਹਾ ਦੇ ਦਿਓ ਗੈਸ ਨੇ ਉਨੀ ਲੈ ਲੈਣੀ ਹੈ. ਪਰ ਜਿਹੜੇ ਗੈਸ ਦੇ ਮੋਲੀਕਿਊਲਸ ਹੈ ਜੇ ਸਿਰਫ ਆਪਾਂ ਇੱਕ ਇੱਕ ਮੋਲੀਕਿਊਲ ਇਕੱਠੇ ਕਰਕੇ ਉਹਨਾਂ ਦਾ ਐਕਚੁਅਲ ਵੋਲਿਊਮ ਦੇਖੀਏ ਨਾ ਤਾਂ ਜਿਹੜਾ ਗੈਸ ਦੇ ਮੋਲੀਕਿਊਲਸ ਦਾ ਅਸਲ ਵੋਲਿਊਮ ਹੈ ਉਹ ਗੈਸ ਦੇ ਵੋਲਿਊਮ ਦੇ ਮੁਕਾਬਲੇ ਨਿਗਲੀਜੀਬਲ ਹੈ, ਨਾ ਦੇ ਬਰਾਬਰ. नेक्स्ट पोस्टुलेट है कि गैस के मॉलिक्यूल्स के विचकार किसी भी तरह दियां फोर्सेस ऑफ अट्रैक्शन या रिपल्शन नहीं होंदियां. ते जिहड़े पार्टिकल्स ऑफ गैस है
ਉਹ ਸਾਰੀਆਂ ਪੋਸੀਬਲ ਡਾਇਰੈਕਸ਼ਨਸ ਦੇ ਵਿੱਚ ਮੂਵ ਕਰਦੇ ਆ ਬਟ ਇਨ ਅ ਸਟ੍ਰੇਟ ਲਾਈਨ। ਮੋਲੀਕਿਊਲਸ ਆਪਸ ਚ ਟਕਰਾਉਣਗੇ ਵੀ। ਸੋ ਜਿਹੜੇ ਮੋਲੀਕੂਲਰ ਕੋਲੀਜਨਸ ਹੈ ਦੇ ਆਰ ਪਰਫੈਕਟਲੀ ਇਲਾਸਟਿਕ, ਮਤਲਬ ਜਦੋਂ ਕੋਲੀਜਨ ਹੁੰਦਾ ਹੈ ਤਾਂ ਨਾ એનર્ਜੀ ਗੇਨ ਹੁੰਦੀ ਹੈ ਨਾ એનર્ਜੀ ਲੂਜ਼ ਹੁੰਦੀ ਹੈ। ਨੈਕਸਟ ਪੋਸਟੂਲੇਟ ਹੈ ਕਿ ਜਿਹੜਾ ਪ੍ਰੈਸ਼ਰ ਐਗਜ਼ਰਟ ਹੁੰਦਾ ਹੈ ਨਾ ਗੈਸ ਦਾ, ਆਪਾਂ ਕਹਿੰਦੇ ਆ ਜਿਵੇਂ ਸਾਈਕਲ ਦੇ ਟਾਇਰ 'ਚ ਹਵਾ ਭਰੀ ਗੈਸ ਫਿਲ ਕੀਤੀ ਤਾਂ ਪ੍ਰੈਸ਼ਰ ਐਗਜ਼ਰਟ ਕੀਤਾ ਉਹਨੇ, ਉਹ ਪ੍ਰੈਸ਼ਰ ਕਾਦੇ ਕਰਕੇ ਹੁੰਦਾ ਹੈ? ਕਾਈਨੈਟਿਕ ਮੋਲੀਕੂਲਰ ਥਿਊਰੀ ਆਫ ਗੈਸਸ ਕਹਿੰਦੀ ਹੈ ਕਿ ਜਿਹੜਾ ਪ੍ਰੈਸ਼ਰ ਹੈ ਉਹ ਡਿਊ ਟੂ ਕੋਲੀਜਨ ਆਫ ਮੋਲੀਕਿਊਲਸ ਹੁੰਦਾ। ਮੋਲੀਕਿਊਲਸ ਜਿਹੜੇ ਹੈ ਉਹ ਕੰਟੇਨਰ ਦੀਆਂ ਵਾਲਸ ਦੇ ਨਾਲ ਤੇ ਆਪਸ 'ਚ ਕੋਲਾਈਡ ਕਰਦੇ ਹੈ। ਕੰਟੇਨਰ ਦੀਆਂ ਵਾਲਸ ਤੇ ਜਦੋਂ ਟਕਰਾਉਂਦੇ ਹੈ ਤਾਂ ਜਿਹੜਾ ਪ੍ਰੈਸ਼ਰ ਐਗਜ਼ਰਟ ਹੋਏਗਾ that is actually pressure exerted by gas। लास्ट पोस्टुलेट है कि काइनेटिक एनर्जी ऑफ गैस मॉलिक्यूल्स इज डायरेक्टली प्रोपोर्शनल टू एब्सोल्यूट टेम्परेचर। इसका मतलब ये है कि जिन्ना ज्यादा टेम्परेचर होएगा गैस दे मॉलिक्यूल्स दी काइनेटिक एनर्जी उन्नी ज्यादा होएगी, मॉलिक्यूल्स उन्नी ही फास्ट मूव करेंगे। नेक्स्ट है व्हाट आर आइडियल गैसेस एंड व्हाट आर रियल गैसेस। बेटा जिहड़ियां गैसेस आइडियल गैस इक्वेशन नू यानी कि PV इज इक्वल टू NRT नू सारे टेम्परेचर और सारे प्रेशर्स से फॉलो करती हैं उन्होंने असी कहते हैं आइडियल गैसेस। और ਜਿਹੜੀਆਂ गैसेस आइडियल गैस इक्वेशन नू फॉलो नहीं करदियां चाहे थोड़ी जी रेंज दे विच इस इक्वेशन नू फॉलो करन, कुछ टेम्परेचर या कुछ प्रेशर ते इस नू फॉलो कर भी सकती हैं, पर जे आपां कहिए ना भी सारे टेम्परेचर एंड प्रेशर्स ते तां इह PV is equal to NRT ਨੂੰ follow नहीं करदियां। So the gases which do not obey ideal gas equation at all temperature and pressure are called non-ideal gases या इन्हां ਨੂੰ ਅਸੀਂ real gases कहते हैं। सवाल ये है कि धरती ते कोई ideal gas है? उत्तर है नहीं, कोई भी गैस ऐसी नहीं है जो हमेशा ही सारे टेम्परेचर और प्रेशर कंडीशंस ते PV इज इक्वल टू NRT ਨੂੰ फॉलो करे। सो इसका मतलब ये है कि धरती ते कोई भी गैस जे आइडियल नहीं है तो सारियां दियां सारियां गैसेस रियल गैसेस है। हुण जिवें बेटे आपां एक ग्राफ की मदद के नाल समझते हैं। बॉयल्स लॉ के लिए आपां प्रेशर और वॉल्यूम के विचकार कर्व प्लॉट करते हैं तो अपने को कुछ इस तरह का कर्व आ जाता है। इनका मतलब ये है कि जिस तरह प्रेशर बढ़ेगा वॉल्यूम उदा घटेगा। ठीक है, हुण रियल गैस और आइडियल गैस दोनों इक्को जैसा ही बिहेवियर शो कर रहे हैं बट इक्को जैसी वैल्यूज नहीं है। हुण आइडियल गैस केड़ी है जिहड़ी PV इज इक्वल टू NRT ਨੂੰ फॉलो करती है तो रियल गैस केड़ी है जिहड़ी PV इज इक्वल टू NRT ਨੂੰ फॉलो नहीं करती। इत्थे कंफ्यूज नहीं होना, जे दोनों इक्को जैसियां हैं तो फिर फर्क की होया? आइडियल गैस और रियल गैस च मेन इक्को ही फर्क है कि जिहड़ियां धरती ते गैसेस है, चाहे ऑक्सीजन है चाहे कार्बन डाइऑक्साइड है, हर एक गैस केवल कुछ तापमान और कुछ प्रेशर रेंज दे विचकार ही PV इज इक्वल टू NRT ਨੂੰ फॉलो करनगियां। उन्हां ਨੂੰ ਅਸੀਂ कहांगे आइडियल गैसेस। उन्हां टेम्परेचर रेंजेस दे विच अदरवाइज तकरीबन गैसेस जिहड़ियां वो रियल गैसेस है। रियल गैस जिहड़ी है आइडियल गैस बिहेवियर तो कितना डिविएट कीती है ये असी कंप्रैसिबिलिटी फैक्टर यानी कि Z दी शक्ल दे विच कैलकुलेट कर सकते। रियल गैस जिहड़ी है आइडियल बिहेवियर तो कितना क डिविएट कीती है। Z इज इक्वल टू PV अपॉन NRT। हुण आपां नूं पता है कि आइडियल गैस दे लई PV इज इक्वल टू NRT। इसका मतलब ये है कि जे आ दोनों चीज़ां बराबर है तो कोशेंट विल बी इक्वल टू 1। Z की वैल्यू 1 होएगी आइडियल गैस वास्ते, बट रियल गैस के लिए ये वैल्यू 1 नहीं होएगी। Z इज नॉट इक्वल टू 1 फॉर रियल गैस। जदों Z 1 तो ज़्यादा है तो रियल गैसेस बहुत ज़्यादा पॉजिटिव डिविएशन शो करती है, मतलब आइडियल गैस बिहेवियर तो बहुत ज़्यादा दूर चलिया जाती है। इनका मतलब ये है कि गैस इज वेरी लेस कंप्रैसिबल। और जदों Z जिहड़ा है 1 तो घट हुंदा है
ਤਾਂ ਗੈਸ ਨੈਗੇਟਿਵ ਡਿਵੀਏਸ਼ਨ ਸ਼ੋ ਕਰਦੀ ਹੈ, ਇਹਦਾ ਮਤਲਬ ਗੈਸ ਇਜ਼ ਮੋਰ ਕੰਪਰੈਸਿਬਲ। ਵੈਸੇ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਡਿਵੀਏਸ਼ਨ ਦਾ ਕਾਜ਼ ਕੀ ਹੁੰਦਾ ਹੈ। ਡਿਵੀਏਸ਼ਨ ਦਾ ਕਾਜ਼ ਐਕਚੁਅਲੀ ਦੋ ਫਾਲਟੀ ਪੋਸਟੂਲੇਟ ਹੈ ਕਾਈਨੈਟਿਕ ਮੋਲੀਕੂਲਰ ਥਿਊਰੀ ਦੇ। ਸੋ ਕਾਈਨੈਟਿਕ ਮੋਲੀਕੂਲਰ ਥਿਊਰੀ ਦੇ ਵਿੱਚ ਦੋ ਗੱਲਾਂ ਐਸੀਆਂ ਹੈ ਜਿਹੜੀਆਂ ਕਿ ਗਲਤ ਸਾਬਿਤ ਹੋ ਗਈਆਂ। ਪਹਿਲੀ ਗੱਲ ਇਹ ਹੈ ਕਿ ਜਿਹੜੀ ਕਾਈਨੈਟਿਕ ਮੋਲੀਕੂਲਰ ਥਿਊਰੀ ਕਹਿੰਦੀ ਹੈ ਨਾ ਕਿ ਗੈਸ ਦਾ ਅਸਲ ਵੋਲਿਊਮ ਜਿਹੜਾ ਹੈ ਉਹ ਨਿਗਲੀਜੀਬਲ ਹੈ, ਮਤਲਬ ਜੇ ਗੈਸ ਦੇ ਮੋਲੀਕਿਊਲਸ ਨੂੰ ਆਪਾਂ ਇਕੱਠੇ ਕਰ ਲਈਏ ਨਾ ਤਾਂ ਜਿਹੜਾ ਉਹਨਾਂ ਦਾ ਵੋਲਿਊਮ ਹੋਏਗਾ ਉਹ ਨਿਗਲੀਜੀਬਲ ਹੋਏਗਾ ਐਜ਼ ਕੰਪੇਅਰ ਟੂ ਦਾ ਵੋਲਿਊਮ ਆਫ ਗੈਸ ਵੀ ਮੈਜ਼ਰ। ਜਿੰਨਾ ਅਸੀਂ ਮਾਪਦੇ ਹਾਂ ਨਾ ਅਸਲ 'ਚ ਗੈਸ ਦਾ ਵੋਲਿਊਮ ਉਹਨਾਂ ਨਹੀਂ ਹੁੰਦਾ। ਅਸੀਂ ਕਿੰਨਾ ਮਾਪਦੇ ਹਾਂ ਗੈਸ ਦਾ ਵੋਲਿਊਮ? ਅਸੀਂ ਮਾਪ ਲੈਂਦੇ ਹਾਂ ਜਿੰਨਾ ਵੀ ਕੰਟੇਨਰ ਦਾ ਵੋਲਿਊਮ ਹੈ, ਅਸੀਂ ਉਹ ਕਹਿੰਦੇ ਹਾਂ ਗੈਸ ਦਾ ਵੋਲਿਊਮ। ਦਰਅਸਲ ਕਾਈਨੈਟਿਕ ਮੋਲੀਕੂਲਰ ਥਿਊਰੀ ਕਹਿੰਦੀ ਹੈ ਕਿ ਜਿਹੜਾ ਗੈਸ ਦਾ ਅਸਲ ਵੋਲਿਊਮ ਹੈ ਉਹ ਤਾਂ ਨਿਗਲੀਜੀਬਲ ਹੈ, ਅਸੀਂ ਪੂਰੇ ਕੰਟੇਨਰ ਦਾ ਵੋਲਿਊਮ ਲੈ ਰਹੇ। ਓਕੇ, ਦੂਜਾ ਫਾਲਟੀ ਪੋਸਟੂਲੇਟ, ਦੂਸਰਾ ਪੋਸਟੂਲੇਟ ਜਿੰਦੇ 'ਚ ਗਲਤੀਆਂ ਹੈ ਉਹ ਹੈ ਕਿ ਕਾਈਨੈਟਿਕ ਮੋਲੀਕੂਲਰ ਥਿਊਰੀ ਦੇ ਅਨੁਸਾਰ ਮੋਲੀਕਿਊਲਸ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਅਟਰੈਕਸ਼ਨ ਹੁੰਦੀ ਹੀ ਨਹੀਂ। ਫੋਰਸਿਸ ਆਫ ਅਟਰੈਕਸ਼ਨ ਆਰ ਨਿਗਲੀਜੀਬਲ, ਜਦਕਿ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਹੈ। ਤੇ ਜਿਹੜਾ ਪ੍ਰੈਸ਼ਰ ਹੈ ਜਾਂ ਕਹਿ ਲਓ ਲਿਕੁਇਫਾਇਬਿਲਿਟੀ ਹੈ ਉਹ ਫੋਰਸਿਸ ਆਫ ਅਟਰੈਕਸ਼ਨ ਕਰਕੇ ਹੀ ਹੁੰਦਾ ਹੈ। ਠੀਕ ਹੈ, ਹੁਣ ਆਪਾਂ ਇੱਕ ਗ੍ਰਾਫ ਦੀ ਹੈਲਪ ਦੇ ਨਾਲ ਇਹ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ Z ਦਾ ਕੀ ਸਿਗਨੀਫੀਕੈਂਸ ਹੈ, ਕੰਪਰੈਸਿਬਿਲਿਟੀ ਨਾਨ ਕੰਪਰੈਸਿਬਿਲਿਟੀ ਇਹਦਾ ਕੀ ਮਤਲਬ ਹੈ। ਦੇਖੋ, ਜੇ ਆਪਾਂ ਵੱਖ-ਵੱਖ ਪ੍ਰੈਸ਼ਰਸ ਤੇ एक्स एक्सिस ਤੇ ਆਪਾਂ ਪ੍ਰੈਸ਼ਰਸ ਲਏ ਆ 200 300 400 500 ਲਾਈਕ ਇਦਾਂ ਪ੍ਰੈਸ਼ਰ ਵੱਧ ਰਹੇ ਤੇ y ਐਕਸਿਸ ਤੇ ਆਪਾਂ z ਲੈ z ਮਤਲਬ pv upon nrt। z ਦੀ ਵੈਲਿਊ 0.4 0.6 0.8 और 1 ਇਸੇ ਤਰ੍ਹਾਂ ਉੱਪਰ ਵੀ ਵੱਧਦੀ ਜਾਏਗੀ z ਦੀ ਵੈਲਿਊ। ਸੋ z is equal to 1। ਹੁਣ ਕੋਈ ਵੀ ਗੈਸ ਹੈ, ਸਾਰੀਆਂ ਗੈਸਸ ਜੇ ਤੁਸੀਂ ਧਿਆਨ ਨਾਲ ਦੇਖੋ ਜਿੱਦਾਂ ਇਹ ਹੀਲੀਅਮ, ਹਾਈਡਰੋਜਨ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਇਹ ਇੰਨੇ ਕੁ ਪ੍ਰੈਸ਼ਰ ਰੇਂਜ ਯਾਨੀ ਕਿ ਇਹ ਸਮਝ ਲਓ ਕਿ 1 ਤੋਂ 10 ਐਟਮੋਸਫੀਅਰ ਪ੍ਰੈਸ਼ਰ ਰੇਂਜ ਤੱਕ ਤਾਂ ਕੋਈ ਵੀ ਗੈਸ ਹੋਵੇ ਉਹਦਾ Z1 ਹੈ। ਇਹਦਾ ਮਤਲਬ all gases behave as ideal gas at low pressures। ਇਹ ਚੀਜ਼ ਸਮਝ ਲੱਗ ਰਹੀ ਹੋਣੀ ਹੈ ਇੱਥੋਂ ਦੀ ਕਿ ਲੋ ਪ੍ਰੈਸ਼ਰ ਤੇ ਸਾਰੀਆਂ ਗੈਸਸ ਦਾ ਤਕਰੀਬਨ Z1 ਹੁੰਦਾ ਹੈ ਤੇ Z ਜਿਹੜਾ ਹੈ ਉਹ ਲੈਸ ਦੈਨ 1 ਕਦੋਂ ਹੈ ਤੇ ਮੋਰ ਦੈਨ 1 ਕਦੋਂ ਹੈ। ਐਜ਼ ਯੂ ਕੈਨ ਸੀ ਹੀਲੀਅਮ ਔਰ ਹਾਈਡਰੋਜਨ ਦੇ ਕੇਸ 'ਚ Z ਇਜ਼ ਮੋਰ ਦੈਨ 1। ਜਦੋਂ Z ਮੋਰ ਦੈਨ 1 ਹੁੰਦਾ ਹੈ ਤਾਂ ਪੋਜ਼ਿਟਿਵ ਡਿਵੀਏਸ਼ਨ ਸ਼ੋ ਕਰਦੀ ਹੈ, ਗੈਸ ਇਜ਼ ਲੈਸ ਕੰਪਰੈਸਿਬਲ। ਬਟ ਜੇ ਹੀ ਆਪਾਂ ਨਾਈਟ੍ਰੋਜਨ ਔਰ ਕਾਰਬਨ डाइऑक्साइड ਦੀ ਗੱਲ ਕਰੀਏ ਤਾਂ ਉਹ ਲੈਸ ਦੈਨ 1। मतलब कुछ प्रेशर रेंज ऐसी है जो कार्बन डाइऑक्साइड और नाइट्रोजन के उत्ते Z वैल्यू लैस दैन 1 है। इसका मतलब ये होया कि आप हाई प्रेशर ते जे टैंपरेचर लो करांगे तो उस प्रेशर टैंपरेचर रेंज ते गैस ईजीली लिक्विफाई की जा सकती है। ओके, ਹੁਣ ਜਦੋਂ ਆਪਾਂ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਨਾ ਤੇ ਇੱਥੇ ਇੱਕ ਟੈਂਪਰੇਚਰ ਦੀ ਡੈਫੀਨੇਸ਼ਨ ਜਿਹਨੂੰ ਆਪਾਂ ਬੋਇਲਸ ਟੈਂਪਰੇਚਰ ਕਹਿੰਦੇ ਆ ਉਹ ਕਾਫੀ ਇੰਪੋਰਟੈਂਟ ਹੈ। ਬੋਇਲਸ ਟੈਂਪਰੇਚਰ ਕੀ ਹੁੰਦਾ ਹੈ? ਬੋਇਲਸ ਟੈਂਪਰੇਚਰ ਹੁੰਦਾ ਹੈ ਕਿ ਉਹ ਤਾਪਮਾਨ, ਉਹ ਟੈਂਪਰੇਚਰ ਜਦੋਂ ਇੱਕ ਰੀਅਲ ਗੈਸ ਆਈਡੀਅਲ ਗੈਸ ਦੀ ਤਰ੍ਹਾਂ ਬਿਹੇਵ ਕਰਦੀ ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ ਬੋਇਲਸ ਟੈਂਪਰੇਚਰ। ਬੇਟਾ ਰੀਅਲ ਗੈਸਸ ਕਿਹੜੀ ਗੈਸ ਇਕੁਏਸ਼ਨ ਫੋਲੋ ਕਰਦੀਆਂ ਹੈ? ਉਹ ਫੋਲੋ ਕਰਦੀਆਂ ਹੈ ਵੈਨ ਡਰ ਵਾल्स ਇਕੁਏਸ਼ਨ। ਵੈਨ ਡਰ ਵਾਲ ਇਕੁਏਸ਼ਨ ਕੀ ਹੁੰਦੀ ਹੈ? ਵੈਨ ਡਰ ਵਾਲ ਇਕੁਏਸ਼ਨ ਹੁੰਦੀ ਹੈ ਜੇ ਆਪਾਂ ਆਈਡੀਅਲ ਗੈਸ ਇਕੁਏਸ਼ਨ ਦੇ ਵਿੱਚ ਪ੍ਰੈਸ਼ਰ 'ਚ ਇੱਕ ਫੈਕਟਰ ਐਡ ਕਰ ਦਈਏ ਤੇ ਵੋਲਿਊਮ ਦੇ ਵਿੱਚ ਇੱਕ ਫੈਕਟਰ ਮਾਈਨਸ ਕਰ ਦਈਏ ਤਾਂ ਉਹ ਬਣ ਜਾਏਗੀ ਵੈਨ ਡਰ ਵਾਲ ਇਕੁਏਸ਼ਨ। ਫॉर n number of moles pressure plus an square upon v square multiplied by v minus nb is equal to nRT। ਜੇ ਆਪਾਂ ਇਹ ਕਹਿੰਦੇ हैं for n number of moles, this is van der Waals equation। ਇੱਥੇ a और b ਕੀ ਹੈ? a और b van der Waal constant ਹੈ और n number of moles ਹੈ। ਹੁਣ a और b ਸਾਨੂੰ ਕੀ ਦੱਸਦੇ हैं?
A और B ਦਾ ਕੀ ਸਿਗਨੀਫੀਕੈਂਸ ਹੈ? ਇਹ ਜਿਹੜਾ ਹੈ ਉਹ ਇੱਕ ਅਜਿਹਾ ਕਨਸਟੈਂਟ ਹੈ ਜੋ ਗੈਸ ਦੇ ਮੋਲੀਕਿਊਲਸ ਦੇ ਵਿਚਕਾਰ ਫੋਰਸ ਆਫ ਅਟਰੈਕਸ਼ਨ ਦਾ ਮੈਜ਼ਰ ਦੱਸਦਾ ਸਾਨੂੰ। ਸੋ ਜਿੰਨੀ ਜ਼ਿਆਦਾ A ਦੀ ਵੈਲਿਊ ਹੋਏਗੀ ਉਨੀ ਹੀ ਜ਼ਿਆਦਾ ਫੋਰਸਿਸ ਆਫ ਅਟਰੈਕਸ਼ਨ ਹੋਣਗੀਆਂ, ਉਨੀ ਹੀ ਸਟਰੋਂਗ ਇੰਟਰੈਕਸ਼ਨਸ ਹੋਣਗੀਆਂ। ਸੋ ਜਿੰਨੀਆਂ ਗੈਸਸ ਦੇ ਵਿੱਚ A ਦੀ ਵੈਲਿਊ ਹਾਈ ਹੁੰਦੀ ਹੈ ਉਹ ਗੈਸ ਉਨੀ ਸੌਖੀ ਲਿਕੁਇਫਾਈ ਕੀਤੀ ਜਾ ਸਕਦੀ। B ਦਾ ਸਿਗਨੀਫੀਕੈਂਸ ਕੀ ਹੈ? ਕਾਂਸਟੈਂਟ B ਐਕਚੁਅਲੀ ਵੋਲਿਊਮ ਆਫ ਮੋਲੀਕਿਊਲ ਬਾਰੇ ਦੱਸਦਾ। ਦੇਖੋ ਬੇਟਾ ਇੱਥੇ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਕਿ ਅਸੀਂ ਸਪੋਜ਼ ਇੰਨਾ ਬੜਾ ਕਹਿੰਦੇ ਆ ਕਿ ਇਹ ਗੈਸ ਦਾ ਵੋਲਿਊਮ ਹੈ, ਇੰਨੀ ਜਗ੍ਹਾ 'ਚ ਗੈਸ ਮੌਜੂਦ ਹੈ, ਪਰ ਗੈਸ ਦੇ ਜਿਹੜੇ ਪਾਰਟੀਕਲਸ ਹੈ ਉਹ ਤਾਂ ਦੂਰ ਦੂਰ ਪਏ ਹਨ ਨਾ। ਜੇ ਇਹਨਾਂ ਸਾਰੇ ਪਾਰਟੀਕਲਸ ਨੂੰ ਅਸੀਂ ਇਕੱਠਾ ਕਰ ਲਈਏ ਤਾਂ ਤਕਰੀਬਨ ਇੰਨੀ ਕੁ ਜਗ੍ਹਾ ਤੇ ਇਕੱਠੇ ਹੋ ਜਾਣਗੇ। ਤਾਂ ਅਸੀਂ ਇੰਨਾ ਐਕਸਟਰਾ ਵੋਲਿਊਮ ਨਹੀਂ ਮੇਜਰ ਕਰ ਰਹੇ। ਸੋ ਵੈਂਡਰ ਵਾਲ ਇਕੁਏਸ਼ਨ ਐਕਚੁਅਲੀ ਜੇ ਤੁਸੀਂ ਧਿਆਨ ਨਾਲ ਦੇਖੋ ਨਾ, ਜਿੰਨਾ ਵੀ ਐਕਸਟਰਾ ਮੇਜਰ ਕੀਤਾ ਹੋਇਆ ਵੋਲਿਊਮ ਹੈ ਉਹਨੂੰ ਮਾਈਨਸ ਕਰ ਰਹੀ ਹੈ। ਸੋ ਆਈਡੀਅਲ ਗੈਸ ਇਕੁਏਸ਼ਨ ਦੇ ਵਿੱਚ ਜਿੰਨਾ ਕੁ ਪ੍ਰੈਸ਼ਰ ਮਾਪਿਆ ਜਾ ਰਿਹਾ ਸੀ ਉਹ ਘੱਟ ਸੀ। ਵੈਂਡਰ ਵਾਲ ਇਕੁਏਸ਼ਨ 'ਚ ਉਹਦੇ 'ਚ ਐਡੀਸ਼ਨ ਕਰ ਦਿੱਤੀ ਗਈ ਕਿ ਨਹੀਂ ਪ੍ਰੈਸ਼ਰ ਜਿਹੜਾ ਹੈ ਉਹ ਇੰਨਾ ਘੱਟ ਨਹੀਂ ਹੈ, ਪ੍ਰੈਸ਼ਰ 'ਚ ਇਹ ਚੀਜ਼ ਐਡ ਕਰਾਂਗੇ। ਵੋਲਿਊਮ ਜਿਹੜਾ ਹੈ ਉਹ ਐਕਸਟਰਾ ਮੈਜ਼ਰ ਕਰੀ ਜਾ ਰਹੇ ਸੀ ਅਸੀਂ ਆਈਡੀਅਲ ਗੈਸ ਇਕੁਏਸ਼ਨ ਦੇ ਅਨੁਸਾਰ। ਸੋ ਉਹਦੇ ਵਿੱਚ ਅਸੀਂ ਇੰਨੀ ਕਟੌਤੀ ਕਰਤੀ, ਮਾਈਨਸ ਕਰਤਾ ਇੰਨਾ ਫੈਕਟਰ। ਸੋ ਜਿਹੜੀ ਵੈਂਡਰ ਵਾਲ ਇਕੁਏਸ਼ਨ ਹੈ ਇਹ ਆਈਡੀਅਲ ਗੈਸ ਇਕੁਏਸ਼ਨ ਦੇ ਪ੍ਰੈਸ਼ਰ ਔਰ ਵੋਲਿਊਮ ਦੇ ਵਿੱਚ ਕਰੈਕਸ਼ਨ ਕਰਨ ਦੇ ਨਾਲ ਇਹ ਇਕੁਏਸ਼ਨ ਸਾਡੇ ਕੋਲੇ ਆ ਜਾਂਦੀ। ਵੈਂਡਰ ਵਾਲ ਗੈਸ ਇਕੁਏਸ਼ਨ ਦੇ ਜਿਹੜੇ ਕਾਂਸਟੈਂਟਸ A ਔਰ B ਹੈ ਇਹਨਾਂ ਦੇ ਯੂਨਿਟਸ ਕੀ ਹੈ? ਬੇਟੇ ਮੈਥਸ ਦਾ ਇੱਕ ਸਿੰਪਲ ਅਸੂਲ ਹੈ ਕਿ ਪ੍ਰੈਸ਼ਰ 'ਚ ਪ੍ਰੈਸ਼ਰ ਐਡ ਹੋਏਗਾ, ਵੋਲਿਊਮ 'ਚ ਵੋਲਿਊਮ ਐਡ ਹੋਏਗਾ। ਪ੍ਰੈਸ਼ਰ 'ਚ ਪ੍ਰੈਸ਼ਰ ਮਾਈਨਸ ਕਰ ਸਕਦੇ ਆ, ਵੋਲਿਊਮ 'ਚ ਵੋਲਿਊਮ ਮਾਈਨਸ ਕਰ ਸਕਦੇ ਆ। ਜਿਵੇਂ x 'ਚੋਂ x ਮਾਈਨਸ ਕਰਦੇ ਆ ਤੇ y 'ਚੋਂ y ਕਰਦੇ ਆ ਨਾ, ਕਦੀ ਇਦਾਂ ਨਹੀਂ ਕਰ ਸਕਦੇ ਆਪਾਂ ਕਿ x ਦੇ ਵਿੱਚੋਂ y ਟਰਮ ਮਾਈਨਸ ਕਰ ਦਈਏ। ਸੋ ਪ੍ਰੈਸ਼ਰ ਜਿਹੜਾ ਹੈ ਉਹਦੇ ਯੂਨਿਟਸ ਆ ਸਾਰੀ ਚੀਜ਼ ਪ੍ਰੈਸ਼ਰ ਦੇ ਯੂਨਿਟਸ ਦੇ ਬਰਾਬਰ ਹੋਏਗੀ। ਸੋ an ਸਕੁਆਇਰ ਅਪਨ v ਸਕੁਆਇਰ ਇਹਦੇ ਆਪਾਂ ਜਿਹੜੇ ਇਹਦੇ ਵਿੱਚੋਂ ਦੀ a ਦੀ ਵੈਲਿਊ ਆਪਾਂ ਕੈਲਕੂਲੇਟ ਕਰ ਲਈਏ ਤਾਂ b ਕੀ ਬਣ ਜਾਂਦਾ ਆਪਣੇ ਕੋਲੇ pv ਸਕੁਆਇਰ ਬਟਾ n ਸਕੁਆਇਰ। ਪ੍ਰੈਸ਼ਰ ਦੇ ਯੂਨਿਟਸ ਹੈ ਐਟਮੋਸਫੀਅਰ, ਠੀਕ ਹੈ। वॉल्यूम ਦੇ यूनिट्स है लीटर, सो एटमॉस्फेयर लीटर स्क्वायर बटा मोल स्क्वायर। सो एटमॉस्फेयर लीटर स्क्वायर पर मोल स्क्वायर बन जाते हैं ए दे यूनिट्स। और बी दे ਜਿਹੜੇ यूनिट्स हैं ਜਦੋਂ ਆਪਾਂ वॉल्यूम इज इक्वल टू एन बी ले लेंगे, ਇਹ ਚੀਜ਼ ਦੁਬਾਰਾ ਫੇਰ ਦੱਸ ਰਹੀ ਹੈ ਕਿ वॉल्यूम ਚ वॉल्यूम टर्म ही ਆਪਾਂ माइनस कर सकते हैं ना। सो एन बी ਦੇ ਜਿਹੜੇ यूनिट्स हैं ਉਹ कुल मिला के वॉल्यूम ਦੇ यूनिट्स से बराबर होंगे। तो B ਜਿਹੜਾ ਹੈ that is वॉल्यूम अपॉन N, वॉल्यूम ਦੇ यूनिट ਹੁੰਦੇ ਆ ਲੀਟਰਸ अपॉन मोल। सो लीटर पर मोल इज यूनिट ऑफ B। एग्जामिनेशन पॉइंट ऑफ व्यू नाल A ਦਾ और B ਦਾ सिग्निफिकेंस और ਇਹਨਾਂ ਦੇ यूनिट्स वेरी 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 इंपॉर्टेंट है। इनू मार्क कर लो अपने नोट्स के उत्ते that this is something very very important। Next very important question is differences between ideal and non-ideal gases। एग्जामिनेशन दे विच ये बहुत ही इंपॉर्टेंट सवाल है। आइडियल गैसेस किहड़ियां हुंदियां जिहड़ियां सारे गैस लॉज नू यानी कि आइडियल गैस इक्वेशन नू सारे टेंपरेचर्स और प्रेशर कंडीशंस ते ओबे करन उन्हां नू कहा जाता है आइडियल गैसेस। नॉन आइडियल गैसेस किहड़ियां हुंदियां ਜਿਹੜੀਆਂ ਆਈਡੀਅਲ ਗੈਸ ਇਕੁਏਸ਼ਨ ਨੂੰ ਫੋਲੋ ਨਹੀਂ ਕਰਦੀਆਂ, ਸਿਰਫ ਔਰ ਸਿਰਫ ਹਾਈ ਟੈਂਪਰੇਚਰ ਔਰ ਲੋ ਪ੍ਰੈਸ਼ਰ ਤੇ ਰੀਅਲ ਗੈਸਸ ਜਿਹੜੀਆਂ ਉਹ ਗੈਸ ਲॉज ਨੂੰ ਯਾਨੀ ਕਿ ਆਈਡੀਅਲ ਗੈਸ ਇਕੁਏਸ਼ਨ ਨੂੰ ਉਹ ਫੋਲੋ ਕਰਦੀਆਂ। ਕਦੋਂ ਕਦੋਂ? ਸਿਰਫ ਹਾਈ ਟੈਂਪਰੇਚਰ ਔਰ ਲੋ ਪ੍ਰੈਸ਼ਰ। ਦੂਸਰਾ ਪੁਆਇੰਟ ਜਿਹੜਾ ਆਪਾਂ ਪੜਿਆ ਹੈ ਆਈਡੀਅਲ ਗੈਸ ਇਕੁਏਸ਼ਨ ਦੇ ਵਿੱਚ ਕਿ ਆਈਡੀਅਲ ਗੈਸਸ ਦੇ ਜਿਹੜਾ ਵੋਲਿਊਮ ਹੈ, volume occupied by the molecules is negligible as compared to the total volume of gas। यही faulty postulate किया सी ना आपा ideal gas दा। So non ideal gases दे विच जिहड़ा volume occupied by gas molecule है that is not negligible as compared to total volume of gas, ठीक है। So तीसरा point है
कि आइडियल गैसेस ਦੇ ਵਿੱਚ फोर्सेस ऑफ अट्रैक्शन मॉलिक्यूल्स ਦੇ ਵਿਚਕਾਰ ਨਿਗਲੀਜੀਬਲ ਹੋਣਗੀਆਂ ਜਦਕਿ ਨਾਨ ਆਈਡੀਅਲ ਗੈसेस ਦੇ ਵਿੱਚ फोर्सेस ऑफ अट्रैक्शन आर नॉट ਨਿਗਲੀਜੀਬਲ। आइडियल गैस इक्वेशन ਦੇ ਵਿੱਚ PV is equal to nRT ਲਿਖਦੇ ਹਾਂ ਆਪਾਂ और नॉन आइडियल गैसेस ओबे करदियां है वैन डर वाल्स इक्वेशन। वैन डर वाल इक्वेशन मतलब P plus AN square by V square V minus NB is equal to nRT। ये डिफरेंसेस बेटे वेरी 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 इंपॉर्टेंट है। गैसेस दे विच हुण अपना लास्ट टॉपिक आ जाता है लिक्विफिकेशन ऑफ गैसेस। किसी भी गैस ਨੂੰ ਜਦੋਂ ਆਪਾਂ ਲਿਕੁਇਫਾਈ ਕਰਨਾ ਹੈ ਨਾ ਜਾਂ ਤਾਂ ਉਹਨੂੰ ਠੰਡਾ ਕਰ ਦਈਏ ਮਤਲਬ ਉਹਦਾ ਟੈਂਪਰੇਚਰ ਲੋ ਕਰ ਦਈਏ ਜਾਂ ਉਹਦੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਦਈਏ ਜਾਂ ਇਹਨਾਂ ਦੋਨਾਂ ਦੇ ਕੰਬਾਈਨਡ ਇਫੈਕਟ ਦੇ ਨਾਲ मतलब ਸਾਈਮਲਟੇਨੀਅਸਲੀ ਗੈਸ ਨੂੰ ਠੰਡਾ ਵੀ ਕਰ ਰਹੇ ਹਾਂ ਤੇ ਉਹਦੇ ਤੇ ਪ੍ਰੈਸ਼ਰ ਵੀ ਵਧਾ ਰਹੇ ਹਾਂ ਤਾਂ ਗੈਸ ਲਿਕੁਇਫਾਈ ਹੋ ਜਾਏਗੀ। ਲਿਕੁਇਫਿਕੇਸ਼ਨ ਆਫ ਗੈसेस ਦੇ ਵਿੱਚ ਸਭ ਤੋਂ ਪਹਿਲਾਂ ਕ੍ਰਿਟੀਕਲ ਟੈਂਪਰੇਚਰ ਸਮਝਣਾ ਜ਼ਰੂਰੀ। क्रिटिकल टैंपरेचर वो टैंपरेचर होंदा है जिस तो उत्ते गैस नू लिक्विफाई नहीं किया जा सकता जिन्ना मर्जी हाई प्रेशर लगा लो। कहने का मतलब की बनया कि किसी एक घट्टो घट्ट टैंपरेचर तक सानू गैस नू ठंडा करना पएगा। जे टैंपरेचर उन्ना नहीं है गैस उन्नी ठंडी नहीं है तो जिन्ना मर्जी प्रेशर लगा लो गैस नू लिक्विफाई नहीं किया जा सकता। सो इस टैंपरेचर ਨੂੰ ਆਪਾਂ ਕਹਿੰਦੇ ਹਾਂ क्रिटिकल टैंपरेचर और क्रिटिकल टैंपरेचर ਦਾ ਫਾਰਮੂਲਾ ਹੁੰਦਾ ਹੈ 8a/27b/r। a और b वैन डर वाल कांस्टेंट है। सो क्रिटिकल प्रेशर की ਹੁੰਦਾ pc। क्रिटिकल प्रेशर ਹੁੰਦਾ है ਉਹ ਪ੍ਰੈਸ਼ਰ ਜੋ क्रिटिकल टैंपरेचर ਦੇ ਉੱਤੇ ਸਾਨੂੰ ਅਪਲਾਈ ਕਰਨਾ ਪਏਗਾ ਤਾਂ ਕਿ ਗੈਸ ਲਿਕੁਇਫਾਈ ਕੀਤੀ ਜਾ ਸਕੇ। और PC का फॉर्मूला होता है a/27b²। लास्ट आता है क्रिटिकल वॉल्यूम। क्रिटिकल वॉल्यूम होता है क्रिटिकल प्रेशर और क्रिटिकल टैंपरेचर ते गैस दे एक मोल ने जिन्ना वॉल्यूम ऑक्यूपाई किया उन्होंने असी कहते हैं क्रिटिकल वॉल्यूम और इनू VC दे नाल रिप्रेजेंट किया जाता है। सो आई होप स्टूडेंट्स कि अज तुहानू गैसेस मॉडल अच्छी तरह समझ लग गया होएगा। कंबाइंड गैस इक्वेशन जिन्हों असी आइडियल गैस इक्वेशन कहने हैं, कंबाइंड गैस लॉ फॉर न्यूमेरिकल्स, then kinetic molecular theory of gases, उनके postulates, then Van der Waals gas equation, differences between ideal gas and real gas, और last ਦੇ ਵਿੱਚ liquefaction of gas ਆਪਾਂ ਪੜ੍ਹਿਆ। ਇਹ ਸਾਰੇ topics बेटा ਤੁਸੀਂ अच्छे तरीके ਨਾਲ समझ ਲਏ ਹੋਣਗੇ। notes ਤੁਸੀਂ description box ਚੋਂ ਲੈ ਹੀ ਸਕਦੇ ਹੋ। Thanks for watching.